आज़ादी का अमृत महाउत्सव ਨੂੰ ਸਮਰਪਿਤ आज़ादी का सफ़र तहत ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪ੍ਰਮੰਨੇ ਅਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਮਹਾਨ ਸੁਤੰਤਰਤਾ ਸੈਨਾਨੀਆਂ ਬਦਰੁਦੀਨ ਤੈਯਬਜੀ ਅਤੇ ਕੁਸ਼ਲ ਕੁੰਵਰ ਬਾਰੇ ਦੱਸਾਂਗੇ। ਪੇਸ਼ ਹੈ ਇੱਕ ਰਿਪੋर्ट। ਅੱਜ ਸੁਤੰਤਰਤਾ ਸੈਨਾਨੀ ਬਦਰੁਦੀਨ ਤੈਯਬਜੀ ਦੀ ਜਯੰਤੀ ਹੈ। ਉਹਨਾਂ ਦਾ ਜਨਮ 10 ਅਕਤੂਬਰ 1844 ਨੂੰ ਬੰਬਈ ਵਿੱਚ ਹੋਇਆ ਸੀ। ਤੈਯਬਜੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੰਸਥਾਪਕ ਮੈਂਬਰ ਸਨ। ਉਹ ਕਾਂਗਰਸ ਦੇ ਤੀਜੇ ਪ੍ਰਧਾਨ ਰਹੇ। ਉਹਨਾਂ ਦਾ ਕਾਰਜਕਾਲ 1887 ਤੋਂ 1888 ਤੱਕ ਰਿਹਾ। ਤੈਯਬਜੀ ਦੀ ਸਿੱਖਿਆ ਯੂਰਪ ਵਿੱਚ ਹੋਈ। ਉਹ ਦਸੰਬਰ 1867 ਵਿੱਚ ਭਾਰਤ ਪਰਤੇ ਅਤੇ ਬੰਬਈ ਹਾਈ ਕੋਰਟ ਵਿੱਚ ਉਹ ਪਹਿਲੇ ਭਾਰਤੀ ਬੈਰਿਸਟਰ ਬਣੇ। ਉਸ ਵੇਲੇ ਅਦਾਲਤਾਂ ਵਿੱਚ ਕੋਈ ਭਾਰਤੀ ਜੱਜ ਜਾਂ ਵਕੀਲ ਨਹੀਂ ਹੁੰਦਾ ਸੀ। ਬੰਬਈ ਹਾਈ ਕੋਰਟ ਦੇ ਜੱਜ ਦੇ ਰੂਪ ਵਿੱਚ ਉਹ ਹਿੰਮਤ ਅਤੇ ਨਿਰਪੱਖਤਾ ਲਈ ਪ੍ਰਸਿੱਧ ਹੋਏ, ਜਿਸ ਦਾ ਸਬੂਤ 1897 ਵਿੱਚ ਰਾਜ ਧਰੋਹ ਦੇ ਮੁਕੱਦਮੇ 'ਚ ਬਾਲ ਗੰਗਾਧਰ ਤਿਲਕ ਨੂੰ ਮਿਲੀ ਜ਼ਮਾਨਤ ਸੀ, ਜਦਕਿ ਉਹਨਾਂ ਤੋਂ ਪਹਿਲਾਂ ਦੇ ਜੱਜਾਂ ਨੇ ਤਿਲਕ ਦੀ ਜ਼ਮਾਨਤ ਅਰਜ਼ੀ ਨੂੰ 3 ਵਾਰ ਖਾਰਿਜ ਕਰ ਦਿੱਤਾ ਸੀ। ਉਹਨਾਂ ਦੀ ਵਕਾਲਤ ਦਾ ਲੋਹਾ ਗਾਂਧੀ ਜੀ ਵੀ ਮੰਨਦੇ ਸਨ। ਉਹਨਾਂ ਇੱਕ ਵਾਰ ਮੰਨਿਆ ਸੀ ਕਿ ਉਹਨਾਂ ਵਿੱਚ ਫਿਰੋਜ਼ ਸ਼ਾਹ ਮਹਿਤਾ ਅਤੇ ਬਦਰੁਦੀਨ ਤੈਯਬਜੀ ਵਰਗੇ ਵਕੀਲਾਂ ਦੇ ਗੁਣ ਨਹੀਂ ਨੇ। ਤੈਯਬਜੀ ਨੂੰ ਕਈ ਕਾਨੂੰਨ ਜ਼ੁਬਾਨੀ ਯਾਦ ਸਨ। 1902 ਵਿੱਚ ਬਦਰੁਦੀਨ ਤੈਯਬਜੀ ਬੰਬੇ ਹਾਈ ਕੋਰਟ ਦੇ ਮੁੱਖ ਜੱਜ ਦੇ ਅਹੁਦੇ ਤੇ ਪਹੁੰਚਣ ਵਾਲੇ ਪਹਿਲੇ ਭਾਰਤੀ ਸਨ। ਕਿਹਾ ਜਾਂਦਾ ਹੈ ਕਿ ਤੈਯਬਜੀ ਨੇ ਤਿਰੰਗੇ ਦੇ ਡਿਜ਼ਾਈਨ ਵਿੱਚ ਵੀ ਭੂਮਿਕਾ ਨਿਭਾਈ ਸੀ। ਇਤਿਹਾਸਕਾਰ ਤ੍ਰੇਵਰ ਰੋਇਲੇ ਨੇ ਆਪਣੀ ਕਿਤਾਬ ਦ ਲਾਸਟ ਡੇਜ਼ ਆਫ ਰਾਜ ਵਿੱਚ ਲਿਖਿਆ ਹੈ ਕਿ ਮੂਲ ਰੂਪ ਵਿੱਚ ਤਿਰੰਗੇ ਵਿੱਚ ਚਰਖੇ ਦੀ ਤਸਵੀਰ ਲਗਾਈ ਜਾਣੀ ਸੀ, ਜਿਸ ਦੀ ਵਰਤੋਂ ਗਾਂਧੀ ਜੀ ਵੱਲੋਂ ਕੀਤੀ ਜਾਂਦੀ ਸੀ, ਪਰ ਉਹ ਪਾਰਟੀ ਦਾ ਨਿਸ਼ਾਨ ਸੀ। ਤੈਯਬਜੀ ਨੇ ਸੋਚਿਆ ਕਿ ਇਸ ਨਾਲ ਗਲਤ ਸੁਨੇਹਾ ਜਾ ਸਕਦਾ ਹੈ। ਬਹੁਤ ਸੋਚ ਵਿਚਾਰ ਤੋਂ ਬਾਅਦ ਗਾਂਧੀ ਜੀ ਉਸ ਦੀ ਥਾਂ ਤੇ ਅਸ਼ੋਕ ਚੱਕਰ ਅਪਣਾਉਣ ਤੇ ਸਹਿਮਤ ਹੋਏ, ਕਿਉਂ ਜੋ ਉਹਨਾਂ ਦੀ ਨਜ਼ਰ ਵਿੱਚ ਸਮਰਾਟ ਅਸ਼ੋਕ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਨ। ਉਸ ਤੋਂ ਬਾਅਦ ਇੱਕ ਰਾਤ ਵਿੱਚ ਤਿਆਰ ਕਰਕੇ ਜਵਾਹਰ ਲਾਲ ਨਹਿਰੂ ਦੀ ਕਾਰ ਤੇ ਜਿਹੜਾ ਝੰਡਾ ਲਗਾਇਆ ਗਿਆ ਸੀ, ਉਸ ਨੂੰ ਤੈਯਬਜੀ ਦੀ ਪਤਨੀ ਸੁਰਈਆ ਨੇ ਵਿਸ਼ੇਸ਼ ਤੌਰ ਤੇ ਬਣਾਇਆ ਸੀ। ਇਸ ਝੰਡੇ ਨੂੰ 22 ਜੁਲਾਈ 1947 ਨੂੰ ਸੰਵਿਧਾਨ ਸਭਾ ਦੀ ਮੀਟਿੰਗ ਦੌਰਾਨ ਪੇਸ਼ ਕੀਤਾ ਗਿਆ, ਜਿਸ ਨੂੰ ਸਭਨਾਂ ਨੇ ਸਵੀਕਾਰ ਕੀਤਾ ਅਤੇ ਆਪਣੀ ਰਜ਼ਾਮੰਦੀ ਪ੍ਰਗਟਾਈ। 15 ਅਗਸਤ 1947 ਨੂੰ ਇਹ ਭਾਰਤ ਦਾ ਅਧਿਕਾਰਤ ਝੰਡਾ ਬਣ ਗਿਆ। ਭਾਰਤ ਦੇ ਇਸ ਮਹਾਨ ਸੈਨਾਨੀ, ਕੌਮੀ ਝੰਡੇ ਦੇ ਡਿਜ਼ਾਈਨਰ ਅਤੇ ਕਾਨੂੰਨ ਦੇ ਮਾਹਰ ਦਾ ਦੇਹਾਂਤ 26 ਅਗਸਤ 1906 ਨੂੰ ਬਰਤਾਨੀਆ ਵਿੱਚ ਦਿਲ ਦਾ ਦੌਰਾ ਪੈਣ ਨਾਲ ਹੋਇਆ ਸੀ। ਜੇ ਤੁਸੀਂ ਜਾਣਦੇ ਹੋ ਕਿ 1942 ਵਿੱਚ ਭਾਰਤ ਛੱਡੋ ਅੰਦੋਲਨ ਦੌਰਾਨ ਅੰਗਰੇਜ਼ਾਂ ਨੇ ਅਸਮ ਦੇ ਸੁਤੰਤਰਤਾ ਸੈਨਾਨੀ ਕੁਸ਼ਲ ਕੁੰਵਰ ਨੂੰ ਫਾਂਸੀ ਕਿਉਂ ਦਿੱਤੀ ਸੀ? ਉਹਨਾਂ ਤੇ ਅਸਮ ਵਿੱਚ ਬਰਤਾਨਵੀ ਫੌਜੀਆਂ ਨੂੰ ਲੈ ਕੇ ਜਾ ਰਹੀ ਗੱਡੀ ਨੂੰ ਪਟੜੀ ਤੋਂ ਲਾਉਣ ਦੇ ਦੋਸ਼ ਲਗਾਏ ਗਏ ਸਨ। 10 ਅਕਤੂਬਰ 1942 ਨੂੰ ਰਾਤ 1:52 ਤੇ ਜਦੋਂ ਟ੍ਰੇਨ ਪਟੜੀ ਤੋਂ ਉਤਰੀ ਤਾਂ ਉਹ ਗੋਲਾਘਾਟ ਜ਼ਿਲ੍ਹੇ ਵਿੱਚ ਸਰੂਪਾਥਰ ਰੇਲਵੇ ਸਟੇਸ਼ਨ ਤੋਂ ਤਕਰੀਬਨ 1 ਕਿਲੋਮੀਟਰ ਦੀ ਦੂਰੀ ਤੇ ਸਨ। ਗਵਾਹਾਂ ਦੇ ਅਨੁਸਾਰ ਇਸ ਦੁਰਘਟਨਾ 'ਚ ਤਕਰੀਬਨ 1000 ਬਰਤਾਨਵੀ ਫੌਜੀ ਮਾਰੇ ਗਏ ਸਨ। ਦੁਰਘਟਨਾ ਤੋਂ ਫੌਰਨ ਬਾਅਦ ਪੁਲਿਸ ਅਤੇ ਫੌਜ ਦੇ ਜਵਾਨਾਂ ਨੇ ਇਲਾਕੇ ਨੂੰ ਘੇਰ ਲਿਆ, ਜਿਸ ਮਗਰੋਂ ਇਲਾਕੇ ਵਿੱਚ ਜ਼ਬਰਦਸਤ ਅਤਿਆਚਾਰ ਅਤੇ ਗ੍ਰਿਫਤਾਰੀਆਂ ਦਾ ਦੌਰ ਚੱਲਿਆ। ਇਸ ਦੁਰਘਟਨਾ ਦੇ ਸਿਲਸਿਲੇ ਵਿੱਚ ਕਈ ਸੁਤੰਤਰਤਾ ਸੈਨਾਨੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਉਸ ਦੌਰਾਨ ਕੁਸ਼ਲ ਕੁੰਵਰ ਨੂੰ ਲੋਕਾਂ ਨੇ ਅੰਡਰਗਰਾਊਂਡ ਹੋਣ ਦੀ ਸਲਾਹ ਦਿੱਤੀ, ਪਰ ਉਹਨਾਂ ਨੇ ਮਨਾ ਕਰ ਦਿੱਤਾ, ਕਿਉਂ ਜੋ ਕੁੰਵਰ ਗੋਲਾਘਾਟ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਮੁੱਖ ਆਗੂ ਸਨ। ਇਸ ਲਈ ਉਹਨਾਂ ਨੂੰ ਵੀ ਫਸਾ ਦਿੱਤਾ ਗਿਆ ਅਤੇ 43 ਲੋਕਾਂ ਨਾਲ ਗ੍ਰਿਫਤਾਰ ਕਰ ਲਿਆ ਗਿਆ। ਵਿਚਾਰ ਅਧੀਨ ਕੈਦੀ ਦੇ ਤੌਰ ਤੇ ਉਹਨਾਂ ਨੂੰ ਜੋਰਹਾਟ ਜੇਲ੍ਹ ਵਿੱਚ 120 ਦਿਨ ਰੱਖਿਆ ਗਿਆ। ਇਸ ਤੋਂ ਇਲਾਵਾ ਉਹਨਾਂ ਨੂੰ 100 ਦਿਨ ਇਕਾਂਤ ਕੋਠੜੀ ਵਿੱਚ ਕੈਦ ਰੱਖਿਆ ਗਿਆ। ਇਸ ਤੋਂ ਬਾਅਦ ਉਹਨਾਂ ਨੂੰ 15 ਜੂਨ 1943 ਨੂੰ ਅੰਗਰੇਜ਼ਾਂ ਨੇ ਫਾਂਸੀ ਦੇ ਦਿੱਤੀ।
38 ਸਾਲ ਦੇ ਸੁਤੰਤਰਤਾ ਸੈਨਾਨੀ ਦਾ ਜੀਵਨ ਅੰਨ੍ਹਿਆਪੂਰਨ ਢੰਗ ਨਾਲ ਗੁਜ਼ਰਿਆ, ਪਰ ਉਹਨਾਂ ਦੇਸ਼ ਲਈ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ। 2016 ਵਿੱਚ ਅਸਮ ਸਰਕਾਰ ਨੇ ਸਰੂਪਾਥਰ ਦੇ ਨੇੜੇ ਬਲੀਜਾਨ ਵਿੱਚ ਸ਼ਹੀਦ ਦੇ ਘਰ ਨੂੰ ਸੰਭਾਲ ਕੇ ਰੱਖਣ ਦਾ ਫੈਸਲਾ ਕੀਤਾ।